ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਠੀਕ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਸੀ 5ਵੀਂ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ 5ਵਾਂ ਪਾਠ ਦੋ ਕੀੜੀਆਂ। ਆਓ ਪੜ੍ਹਦੇ ਹਾਂ ਫਿਰ ਦੋ ਕੀੜੀਆਂ ਦੀ ਕਹਾਣੀ। ਕੁੜੇ ਅਨੀਸ਼ਾ, क्यों पानी विच खेडां जिहियां करी जानी है? बीमार हो जाएगी। गर्मी नहीं आई अजे। जांदी ठंड है, आ जा इधर ठंडे पानी चो। अनीशा दी नानी ने पानी नाल खेड रही अपनी दोती नू वरजिया। तां अनीशा पानी विच खेड रही सी। अजे ठंड दा मौसम सी, ठंडी गई नहीं सी। ਤੇ ਉਹਦੀ ਨਾਨੀ ਨੇ ਕਿਹਾ ਵੀ ਅਜੇ ਆ ਜਾਂਦੀ ਠੰਡ 'ਚ ਜੇ ਪਾਣੀ 'ਚ ਖੇਡਦੀ ਰਹੇਂਗੀ ਤਾਂ ਬਿਮਾਰ ਹੋ ਜਾਏਂਗੀ, ਇਧਰਲੇ ਪਾਸੇ ਆ ਜਾ। ਵਰਜਿਆ ਦਾ ਅਰਥ ਹੁੰਦਾ ਰੋਕਣਾ ਕਿਸੇ ਚੀਜ਼ ਤੋਂ। ਨਾਨੀ ਜੀ, ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰਕੇ ਦੇਖ ਰਹੀ ਹਾਂ। ਅਨੀਸ਼ਾ ਨੇ ਪੂਰੀ ਗੱਲ ਨਹੀਂ ਸੀ ਕੀਤੀ ਕਿ ਉਸਦੇ ਨਾਨੀ ਜੀ ਉਹਦੇ ਕੋਲ ਆ ਖਲੋਤੇ ਤੇ ਬੋਲੇ, ਕੀ ਕਰਦੀ ਐ? ਅੱਜ ਸਾਡੇ ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਤੇ ਫਿਰ ਉਸਨੇ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਉਸ ਨੂੰ ਪਾਣੀ ਦੀ ਬਾਲਟੀ ਵਿੱਚ ਡੁਬੋਇਆ। ਗੁੜੋ ਗੁੜੋ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫੇਰ ਕਹਿਣ ਲੱਗੀ, ਦੇਖੋ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ ਲਈ ਖਾਲੀ ਲੱਗਦੀ ਹੈ, ਪਰ ਆ ਦੇਖੋ ਬੁਲਬੁਲੇ ਨਿਕਲ ਰਹੇ ਨੇ ਹਵਾ ਦੇ। ਤਾਂ ਨਾਨੀ ਜੀ ਕਹਿੰਦੇ ਵੀ ਪੁੱਤ ਤੂੰ ਏਦਾਂ ਨਾ ਖੇਲ। ਤੇ ਅਨੀਸ਼ਾ ਕਹਿੰਦੀ ਵੀ ਨਾਨੀ ਜੀ, ਮੈਂ ਖੇਡਾਂ ਥੋੜੀ ਖੇਡ ਰਹੀ ਹਾਂ, ਮੈਂ ਤਾਂ ਵਿਗਿਆਨ ਦੀ ਇੱਕ ਪਾਠ ਦੀ ਪੜ੍ਹਾਈ ਕਰ ਰਹੀ ਹਾਂ। ਸਾਡੇ ਟੀਚਰ ਨੇ ਸਾਨੂੰ ਦੱਸਿਆ ਹੈ ਵੀ ਜੋ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹ ਖਾਲੀ ਨਹੀਂ ਹੁੰਦੀਆਂ, ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਤਾਂ ਨਾਨੀ ਜੀ ਉਹਦੇ ਕੋਲ ਜਾ ਕੇ ਖੜੋ ਗਏ ਤੇ ਕਹਿੰਦੇ, ਕੀ ਕਰ ਰਹੀ ਹੈ? ਤੇ ਕਹਿੰਦੀ, ਆ ਦੇਖੋ, ਆ ਜਿਹੜੀ ਸ਼ੀਸ਼ੀ ਹੈਗੀ ਹੈ, ਬੋਤਲ ਖਾਲੀ ਜੀ ਲੱਗਦੀ ਹੈ, ਇਹ ਖਾਲੀ ਨਹੀਂ ਹੈ, ਇਹਦੇ 'ਚ ਹਵਾ ਭਰੀ ਹੋਈ ਹੈ। ਮੈਂ ਦਿਖਾਵਾਂ ਤੁਹਾਨੂੰ। ਉਹਨੇ ਕੀ ਕੀਤਾ, ਬੋਤਲ ਨੂੰ ਚੱਕ ਕੇ ਪਾਣੀ ਦੀ ਬਾਲਟੀ 'ਚ ਪਾਤਾ ਤੇ ਉਹਦੇ ਵਿੱਚੋਂ ਬੁਲਬੁਲੇ ਨਿਕਲੇ ਗੁੜੂ 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 ਕਰਦੇ ਹੋਏ। ਆ ਬੋਤਲ ਪਾਈ ਤੇ ਫਿਰ ਉਹਨੇ ਦੱਸਿਆ ਵੀ ਨਾਨੀ ਜੀ, ਆ ਦੇਖੋ, ਇੱਥੇ ਜਿਹੜੀ ਬੋਤਲ ਪਾਈ ਹੈ ਇਸ ਦੇ ਵਿੱਚ ਹਵਾ ਭਰੀ ਹੋਈ ਸੀ ਤੇ ਹਵਾ ਦੇ ਬੁਲਬੁਲੇ ਨਿਕਲ ਰਹੇ ਨੇ। ਕਹਿਣ ਦਾ ਭਾਵ ਵੀ ਬੋਤਲ ਦੇਖਣ ਨੂੰ ਖਾਲੀ ਲੱਗਦੀ ਹੈ ਪਰ ਇਹਦੇ ਵਿੱਚ ਹਵਾ ਭਰੀ ਹੋਈ ਹੈ। ਬਹੁਤ ਅੱਛਾ। ਨਾਨੀ ਨੇ ਗੌਰ ਨਾਲ ਆਪਣੀ 5ਵੀਂ ਵਿੱਚ ਪੜ੍ਹਦੀ ਦੋਤੀ ਵੱਲ ਦੇਖਿਆ। ਨਾਨੀ ਜੀ ਕਿੱਥੇ ਗਏ? 8ਵੀਂ ਵਿੱਚ ਪੜ੍ਹਦੀ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ। ਆ ਜਾ ਪੁੱਤਰ, ਇੱਧਰ ਆ। ਮੈਂ ਨਵੀਨ ਦੇ ਹੱਥ ਵਿੱਚ ਇੱਕ ਕਾਪੀ ਤੇ ਪੈਨ ਸੀ। ਨਾਨੀ ਸਮਝ ਗਈ ਕਿ ਨਵੀਨ ਨੇ ਕੁਝ ਪੁੱਛਣਾ ਹੈ। ਨਵੀਨ ਹੋਰਾਂ ਦੀ ਨਾਨੀ ਸੇਵਾ ਮੁਕਤ ਸਕੂਲ ਅਧਿਆਪਿਕਾ ਹੈ, ਜਿਹਦਾ ਮਤਲਬ ਹੈਗਾ ਉਹ ਰਿਟਾਇਰਡ ਟੀਚਰ ਨੇ। ਸਕੂਲ ਤੋਂ ਉਹਨਾਂ ਦੀ ਨੌਕਰੀ ਪੂਰੀ ਹੋ ਗਈ ਤੇ ਅਧਿਆਪਕ ਸੀ ਉਹ ਆਪਣੇ ਸਮੇਂ ਤੇ। ਆਪਣੀ ਇਕਲੌਤੀ ਬੇਟੀ ਦੇ ਬੱਚਿਆਂ ਦਾ ਉਹ ਬਹੁਤ ਧਿਆਨ ਰੱਖਦੀ ਹੈ। ਹਾਂ ਬੇਟੇ, ਦੱਸ ਕੀ ਪੁੱਛਣਾ ਹੈ? ਨਾਨੀ ਨੇ ਪੁੱਛਿਆ। ਨਾਨੀ ਜੀ, ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ, ਨਵੀਨ ਨੇ ਕਿਹਾ। ਅੱਛਾ, ਬੋਲਣੇ ਦਾ ਵਿਸ਼ਾ ਕਿਹੜਾ ਹੈ? ਔਂਗਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ? ਵਿਸ਼ਾ ਸੁਣ ਕੇ ਨਾਨੀ ਜੀ ਥੋੜੀ ਦੇਰ ਲਈ ਗੰਭੀਰ ਹੋ ਗਏ ਤੇ ਫਿਰ ਬੋਲੇ, ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੋ ਕੀੜੀਆਂ ਦੀ ਕਹਾਣੀ ਸੁਣਾਉਂਦੀ ਹਾਂ। ਤਾਂ ਹੋਇਆ ਕਿ ਅਜੇ ਨਾਨੀ ਜੀ ਨਿਸ਼ਾ ਨਾਲ ਗੱਲ ਕਰ ਹੀ ਰਹੇ ਸੀ ਤੇ ਇੰਨੀ ਦੇਰ ਨੂੰ ਅਨੀਸ਼ਾ ਨਾਲ ਗੱਲ ਕਰਦੇ ਕਰਦੇ ਅਨੀਸ਼ਾ ਦਾ 8ਵੀਂ 'ਚ ਪੜ੍ਹਦਾ ਭਰਾ ਆ ਗਿਆ ਨਾਨੀ ਨੂੰ ਲੱਭਦਾ ਤੇ ਨਾਨੀ ਨੂੰ ਹਾਕ ਦਿੱਤੀ ਤੇ ਨਾਨੀ ਨੇ ਕਿਹਾ, ਪੁੱਤ ਮੈਂ ਇੱਧਰਲੇ ਪਾਸੇ ਆ। ਤਾਂ ਉਹਦੇ ਹੱਥ ਵਿੱਚ, ਨਵੀਨ ਦੇ ਹੱਥ ਵਿੱਚ ਇੱਕ ਕਾਪੀ ਤੇ ਪੈਨ ਸੀ। ਨਾਨੀ ਜੀ ਜੋ ਪਹਿਲਾਂ ਅਧਿਆਪਕ ਰਹਿ ਚੁੱਕੇ ਨੇ ਉਹ ਸਮਝ ਚੁੱਕੇ ਸੀ ਵੀ ਨਵੀਨ ਨੇ ਕੁਝ ਪੁੱਛਣਾ। ਨਵੀਨ ਨੇ ਦੱਸਿਆ ਵੀ ਨਾਨੀ ਜੀ, ਸਾਡੇ ਸਕੂਲ ਵਿੱਚ ਭਾਸ਼ਣ ਦਾ ਮੁਕਾਬਲਾ ਹੋਣਾ ਹੈ
ਤੇ ਨਾਨੀ ਜੀ ਪੁੱਛਣ ਲੱਗੇ, ਅੱਛਾ ਭਾਸ਼ਣ ਦਾ ਮੁਕਾਬਲਾ ਹੋਣਾ ਹੈ, ਤੁਸੀਂ ਕਿਸੇ ਵਿਸ਼ੇ ਤੇ ਬੋਲਣਾ ਹੋਏਗਾ, ਤੇ ਤੂੰ ਦੱਸ ਤੇਰਾ ਵਿਸ਼ੇ ਕੀ ਹੈ? ਤੇ ਨਵੀਨ ਕਹਿੰਦਾ, ਮੇਰਾ ਵਿਸ਼ੇ ਹੈ ਉਹ ਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਲਿਆਏ ਜਾਣ ਤਾਂ ਜਾਂ ਗ੍ਰਹਿਣ ਕੀਤੇ ਜਾਣ। ਤੇ ਨਾਨੀ ਜੀ ਇਸ ਬਾਰੇ ਸੋਚਣ ਲੱਗ ਪਏ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਆਓ ਤੁਹਾਨੂੰ ਦੋਹਾਂ ਨੂੰ ਮੈਂ ਦੋ ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ। ਤਾਂ ਆਓ ਅਸੀਂ ਵੀ ਸੁਣੀਏ ਨਾਨੀ ਜੀ ਤੋਂ ਦੋ ਕੀੜੀਆਂ ਦੀ ਕਹਾਣੀ ਜੋ ਆਪਣੀ ਧੀ ਦੇ ਬੱਚਿਆਂ ਨੂੰ ਇੰਨਾ ਲਾਡ ਪਿਆਰ ਕਰਕੇ ਰੱਖਦੇ ਨੇ। ਚਲੋ ਸ਼ੁਰੂ ਕਰਦੇ ਹਾਂ। ਇੱਕ ਕੀੜੀ ਸੀ ਮਿੱਠੋ ਮਿੱਠੇ ਤੇ ਸੁੰਗੜ ਗੁਣਾਂ ਵਾਲੀ। ਉਹ ਮਿਸਰੀ ਦੇ ਪਹਾੜ ਉੱਤੇ ਰਹਿੰਦੀ ਸੀ। ਦੂਜੀ ਕੀੜੀ ਸੀ ਸਲੂਣੋ, ਲੂਣ ਦੇ ਪਹਾੜ ਉੱਤੇ ਰਹਿੰਦੀ ਸੀ ਉਹ। ਦੋਵੇਂ ਪਹਾੜ ਨਾਲ ਨਾਲ ਸਨ, ਨੇੜੇ ਨੇੜੇ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਫਿਰ ਰਹੀਆਂ ਸਨ। ਭੈਣ ਸਲੂਣੋ, ਕੀ ਹਾਲ ਹੈ ਤੇਰਾ? ਮਿੱਠੂ ਨੇ ਮਿੱਠੀ ਜ਼ੁਬਾਨ ਨਾਲ ਪੁੱਛਿਆ। ਭੈਣ ਮਿੱਠੂ, ਹਾਲ ਕਾਦਾ, ਸਾਰਾ ਦਿਨ ਖਾਰਾ। ਸਲੂਣਾ, ਭੈਣ ਸਲੂਣੋ, ਤੂੰ ਇਉਂ ਕਰ, ਕੁਝ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ। ਮਿੱਠੇ ਮਿੱਠੀ ਮਿਸਰੀ ਖਾ ਤੇ ਆਨੰਦ ਲੈ। ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਭਾਵੇਂ ਸਾਰੀ ਉਮਰ ਵੀ। ਇੱਕ ਦਿਨ ਮਿੱਠੂ ਨੇ ਕਿਹਾ, ਚੰਗਾ ਭੈਣੇ, ਆਵਾਂਗੀ ਕਿਸੇ ਦਿਨ ਵੇਲ ਕੱਢ ਕੇ। ਸਲੂਣੋ ਨੇ ਜਵਾਬ ਦਿੱਤਾ। ਤਾਂ ਹੋਇਆ ਕਿ ਦੋ ਕੀੜੀਆਂ ਸੀ, ਇੱਕ ਨੂਣ ਦੇ ਪਹਾੜ ਤੇ ਰਹਿੰਦੀ ਸੀ ਤੇ ਇੱਕ ਮਿਸ਼ਰੀ ਦੇ। ਤੇ ਜਿਹੜੀ ਮਿਸ਼ਰੀ ਦੇ ਪਹਾੜ ਤੇ ਰਹਿੰਦੀ ਸੀ ਉਹ ਬਹੁਤ ਮਿੱਠਾ ਬੋਲਦੀ ਸੀ। ਇੱਕ ਵਾਰ ਦੀ ਗੱਲ ਹੈ, ਦੋਵੇਂ ਆਪਣੇ ਆਪਣੇ ਪਹਾੜ ਤੇ ਉੱਤੇ ਸੈਰ ਕਰ ਰਹੀਆਂ ਸਨ ਤੇ ਆਪਸ ਵਿੱਚ ਗੱਲ ਕਰਨ ਲੱਗੀਆਂ। ਤੇ ਜਿਹੜੀ ਮਿਸ਼ਰੀ ਦੇ ਪਹਾੜ ਤੇ ਰਹਿੰਦੀ ਸੀ ਉਹਦਾ ਨਾਂ ਸੀ ਮਿੱਠੋ, ਤੇ ਜਿਹੜੀ ਨੂਣ ਦੇ ਪਹਾੜ ਤੇ ਰਹਿੰਦੀ ਸੀ ਉਹਦਾ ਨਾਂ ਸੀ ਸਲੂਣੋ। ਤੇ ਮਿੱਠੋ ਨੇ ਸਲੂਣੋ ਨੂੰ ਪੁੱਛਿਆ ਵੀ ਭੈਣੇ ਕੀ ਹਾਲ ਚਾਲ ਹੈ? ਤੇ ਸਲੂਣੋ ਨੇ ਉਦਾਸ ਹੋ ਕੇ ਦੱਸਿਆ ਵੀ ਭੈਣੇ ਹਾਲ ਚਾਲ ਕਾਦਾ, ਪੁੱਛੀ ਨਾ, ਐਵੇਂ ਲੰਘ ਜਾਂਦਾ ਸਾਰਾ ਦਿਨ। ਤੇ ਫਿਰ ਮਿੱਠੋ ਨੇ ਉਹਨੂੰ ਬੜੇ ਪਿਆਰ ਨਾਲ ਕਿਹਾ ਵੀ ਭੈਣੇ ਸਲੂਣੋ, ਤੂੰ ਇੰਜ ਕਰ, ਤੂੰ ਥੋੜੇ ਦਿਨਾਂ ਲਈ ਮੇਰੇ ਵੱਲ ਆ ਜਾ। ਤੂੰ ਮਿੱਠੀ ਮਿੱਠੀ ਮਿਸ਼ਰੀ ਖਾਵੇਂਗੀ ਤਾਂ ਤੈਨੂੰ ਆਨੰਦ ਆਏਗਾ। ਤੇ ਜੇ ਤੇਰਾ ਚਿੱਤ ਕਰੇ ਉਸ ਤੋਂ ਬਾਅਦ ਲੰਬਾ ਰਹਿਣ ਦਾ ਮੇਰੇ ਕੋਲ, ਤਾਂ ਭਾਵੇਂ ਤੂੰ ਸਾਰੀ ਉਮਰ ਹੀ ਇੱਥੇ ਰੁਕ ਜਾਈਂ, ਆਈ ਜ਼ਰੂਰ ਇੱਕ ਦਿਨ। ਤਾਂ ਸਲੂਣੋ ਕਹਿੰਦੀ ਹੈ ਕਿ ਚੰਗਾ ਭੈਣੇ, ਆਵਾਂਗੀ ਮੈਂ ਵੇਲ ਕੱਢ ਕੇ। ਇਹ ਜਵਾਬ ਦਿੱਤਾ। ਫੇਰ ਗਈ ਸਲੂਣੋ ਮਿਸਰੀ ਦੇ ਪਹਾੜ ਉੱਤੇ। ਨਵੀਨ ਨੇ ਪੁੱਛਿਆ, ਨਵੀਨ ਨੇ ਬੜੀ ਹੈਰਾਨ ਹੋ ਕੇ ਪੁੱਛਿਆ ਵੀ ਨਾਨੀ, ਗਈ ਸਲੂਣੋ ਮਿਸਰੀ ਦੇ ਪਹਾੜ ਉੱਤੇ? ਲੂਣ ਛੱਡ ਕੇ ਮਿਸ਼ਰੀ ਮਿਲੇ ਖਾਣ ਨੂੰ ਹੋਰ ਕੀ ਚਾਹੀਦਾ? ਉਹ ਤਾਂ ਭੱਜੀ ਗਈ ਹੋਊ, ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਆਂ, ਹੈ ਨਾ ਨਾਨੀ ਜੀ? ਤੇ ਅਨੀਸ਼ਾ ਨੇ ਕਿਹਾ, ਉਹ ਤਾਂ ਜ਼ਰੂਰ ਭੱਜੀ ਗਈ ਹੋਣੀ ਨੂਣ ਨੂੰ ਛੱਡ ਕੇ, ਜਿਵੇਂ ਆਪਾਂ ਚਾਕਲੇਟ ਨੂੰ ਪਈਦਾ ਉਹ ਵੀ ਮਿਸ਼ਰੀ ਨੂੰ ਪਈ ਹੋਣੀ ਇੰਚ ਜਾ ਕੇ। ਧਿਆਨ ਨਾਲ ਸੁਣੋ ਬੇਟੇ, ਇਸ ਦੀ ਰਮਜ ਡੂੰਗੀ ਹੈ, ਆਮ ਬਾਤਾਂ ਵਰਗੀ ਨਹੀਂ ਹੈਗੀ। ਇਸ ਕਹਾਣੀ ਵਿੱਚ ਲੂਣ ਨੂੰ ਤੁਸੀਂ ਸਮਝ ਲਓ ਜਿਵੇਂ ਔਗੁਣ ਹੋਣ ਤੇ ਮਿਸ਼ਰੀ ਨੂੰ ਸਮਝ ਲਓ ਚੰਗੇ ਗੁਣ। ਠੀਕ ਹੈ ਨਾ? ਤੇ ਨਾਨੀ ਕਹਿੰਦੀ ਵੀ ਪੁੱਤ ਹੁਣ ਤੁਸੀਂ ਧਿਆਨ ਨਾਲ ਸੁਣੋ, ਇਹਦੀ ਸਮਝ ਡੂੰਗੀ ਹੈ ਕਹਾਣੀ ਦੀ। ਤੁਸੀਂ ਨੂਣ ਨੂੰ ਔਗੁਣ ਸਮਝ ਲਓ ਤੇ ਜਿਹੜੀ ਮਿਸ਼ਰੀ ਹੈ ਉਹਨੂੰ ਮਿੱਠੇ ਮੇਵੇ ਜਾਂ ਫਿਰ ਚੰਗੇ ਗੁਣ ਸਮਝ ਲਓ। ਹਾਂ ਨਾਨੀ ਜੀ, ਨਵੀਨ ਤੇ ਅਨੀਸ਼ਾ ਇਕੱਠੇ ਬੋਲੇ। ਸਲਾਹਾਂ ਕਰਦਿਆਂ ਸਲੂਣੋ ਨੇ ਕਈ ਦਿਨ ਲੰਘਾ ਦਿੱਤੇ। ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ ਮਿਸਰੀ ਦੇ ਪਹਾੜ ਉੱਤੇ ਜਾਣ ਦੀ, ਪਰ ਨਾਲ ਹੀ ਉਸਨੇ ਸੋਚਿਆ ਮਿੱਠੋ ਦੇ ਪਹਾੜ ਦਾ ਤਾਂ ਮੇਰੇ ਪਹਾੜ ਦਾ ਰੰਗ ਇੱਕੋ ਜਿਹਾ ਹੀ ਲੱਗਦਾ ਹੈ। ਤਾਂ ਹੋਇਆ ਕਿ ਵੀ ਜਿਹੜੀ ਸਲੂਣੋ ਸੀ ਉਹਨੇ ਬੜੇ ਦਿਨ ਲਾਤੇ ਸੋਚਣ ਲਈ ਵੀ ਮੈਂ ਜਾਵਾਂ ਮਿੱਠੋ ਦੇ ਘਰ ਜਾਂ ਨਹੀਂ। ਇੰਜ ਹੀ ਲੱਗਦਾ ਹੈ ਜਿਵੇਂ ਮਾੜੀ ਆਦਤ ਛੱਡਣ ਨੂੰ ਬਹੁਤ ਸਮਾਂ ਲੱਗਦਾ। ਤਾਂ ਫਿਰ ਜਦੋਂ ਸਲਾਹ ਬਣਾ ਲਈ ਉਹਨੇ ਵੀ ਮੈਂ ਹੁਣ ਜਾਵਾਂਗੀ ਮਿੱਠੋ ਦੇ ਪਹਾੜ ਤੇ, ਤਾਂ ਫਿਰ ਉਹਨੇ ਸੋਚਿਆ ਵੀ ਮਿੱਠੋ ਦੇ ਪਹਾੜ ਦਾ ਤੇ ਮੇਰੇ ਪਹਾੜ ਦਾ ਰੰਗ ਤਾਂ ਇੱਕੋ ਜਿਹਾ ਹੀ ਲੱਗਦਾ। ਸੋਚ ਕੇ ਉਹਨੇ ਲੂਣ ਦੀ ਇੱਕ ਵੱਡੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ ਤੇ ਮਨ ਹੀ ਮਨ ਕਿਹਾ, ਜੇ
ਮਿੱਠੋ ਕੋਲ ਕੁਝ ਨਾ ਹੋਇਆ, ਘੱਟੋ ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋ। ਤਾਂ ਹੋਇਆ ਕਿ ਵੀ ਉਹਨੇ ਇੱਕ ਡਲੀ ਆਪਣੇ ਮੂੰਹ ਵਿੱਚ ਪਾ ਲਈ, ਇਹ ਸੋਚ ਕੇ ਵੀ ਜੇ ਮਿੱਠੋ ਕੋਲ ਕੁਝ ਨਾ ਹੋਇਆ, ਮੇਰੇ ਕੋਲ ਤਾਂ ਮੂੰਹ ਚ ਡਲੀ ਹੋਏਗੀ ਨਾ ਨਮਕ ਦੀ। ਚਲੋ ਜੀ, ਆਖਰ ਸਲੂਣੋ ਮਿੱਠੋ ਦੇ ਪਹਾੜ ਉੱਤੇ ਪਹੁੰਚ ਹੀ ਗਈ। ਮਿੱਠੇ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਫਿਰਦੀ, ਤਰ੍ਹਾਂ ਤਰ੍ਹਾਂ ਦੀ ਮਿਸਰੀ ਦੇ ਡਲਿਆਂ ਕੋਲ ਲੈ ਜਾ ਕੇ ਸਿਫਤਾਂ ਕਰਦੀ ਰਹੀ। ਸਾਰਾ ਪਹਾੜ ਘੁੰਮ ਘੁਮਾ ਕੇ ਸਲੂਣੋ ਵਾਪਸ ਆ ਗਈ। ਆਪਣੇ ਪਹਾੜ ਉੱਤੇ ਪਹੁੰਚ ਕੇ ਆਖਣ ਲੱਗੀ, ਐਨਾ ਲੰਬਾ ਚੌੜਾ ਪਹਾੜ ਘੁੰਮਦੀ ਫਿਰੀ ਪਾਗਲਾ ਵਾਂਗੂ, ਮਿਸਰੀ ਕਿਹੜੀ ਮਿਲੀ ਉਥੋਂ? ਸਵਾ? ਸਲੂਣੋ ਅੱਕੀ ਪਈ ਸੀ। ਹਾਂ ਬੇਟੇ ਨਵੀਨ, ਦੱਸੋ ਸਲੂਣੋ ਨੂੰ ਮਿਸਰੀ ਦਾ ਸਵਾਦ ਕਿਉਂ ਨਹੀਂ ਆਇਆ? ਮਿੱਠੋ ਨੇ ਤਾਂ ਆਪਣਾ ਸਾਰਾ ਪਹਾੜ ਘੁਮਾਤਾ ਵਾਰੋ ਵਾਰੀ ਕਰਕੇ ਸਲੂਣੋ ਨੂੰ, ਪਰ ਸਲੂਣੋ ਘੁੰਮਦੀ ਘੁੰਮਦੀ ਜਦ ਆਪਣੇ ਉਸ ਤੋਂ ਬਾਅਦ ਘਰ ਵਾਪਸ ਗਈ ਤਾਂ ਉਹਨੇ ਕਿਹਾ ਵੀ ਐਵੇਂ ਲੰਬਾ ਚੌੜਾ ਪਹਾੜ ਘੁਮਾਤਾ, ਮਿਸਰੀ ਦੀ ਤਾਂ ਇੱਕ ਡਲੀ ਵੀ ਨਹੀਂ ਮਿਲੀ ਮੈਨੂੰ। ਤੇ ਫਿਰ ਨਾਨੀ ਨੇ ਪੁੱਛਿਆ ਵੀ ਨਵੀਨ ਹੁਣ ਦੱਸ, ਸਲੂਣੋ ਨੂੰ ਸਵਾਦ ਕਿਉਂ ਨਹੀਂ ਆਇਆ ਮਿਸਰੀ ਦਾ? ਕਿਉਂਕਿ ਸਲੂਣੋ ਨੇ ਆਪਣੇ ਮੂੰਹ ਵਿੱਚ ਲੂਣ ਦੀ ਵੱਡੀ ਡਲੀ ਰੱਖੀ ਹੋਈ ਸੀ, ਨਵੀਨ ਬੋਲਿਆ। ਤਾਂ ਨਵੀਨ ਕਹਿੰਦਾ, ਨਾਨੀ ਉਹਨੂੰ ਸਵਾਦ ਕਿੱਥੋਂ ਆਣਾ ਸੀ? ਉਹ ਤਾਂ ਆਪਣੇ ਘਰੋਂ ਚੱਕ ਕੇ ਇੱਕ ਇੰਨੀ ਵੱਡੀ ਡਲੀ ਲੂਣ ਦੀ ਮੂੰਹ ਵਿੱਚ ਪਾ ਕੇ ਫਿਰ ਰਹੀ ਸੀ, ਉਹਨੂੰ ਮਿਸ਼ਰੀ ਦਾ ਸਵਾਦ ਕਿੱਥੋਂ ਆਣਾ ਸੀ? ਬਿਲਕੁਲ ਠੀਕ। ਸਾਰੇ ਰਾਹ ਉਸਦੇ ਮੂੰਹ ਵਿੱਚ ਉਹੀ ਲੂਣ ਦੀ ਡਲੀ ਖੁਰਦੀ ਰਹੀ। ਮਿਸ਼ਰੀ ਦਾ ਸਵਾਦ ਤਾਂ ਉਹ ਤਾਂ ਹੀ ਚੱਕ ਸਕਦੀ ਸੀ ਜੇ ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ। ਆ ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ, ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊਗਾ। ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਦੇ ਨੇ। ਠੀਕ ਹੈ ਨਾ? ਨਾਨੀ ਨੇ ਫੇਰ ਪੁੱਛਿਆ ਤੇ ਫੇਰ ਨਾਨੀ ਨੇ ਦੱਸਿਆ ਵੀ ਬਿਲਕੁਲ ਠੀਕ ਹੈ ਨਵੀਨ, ਜੇ ਤੁਸੀਂ ਔਗੁਣ ਲੈ ਕੇ ਹਰ ਥਾਂ 'ਚ ਤੁਰ ਰਹੇ ਹੋ ਤਾਂ ਗੁਣ ਕਿਵੇਂ ਆਣਗੇ ਤੁਹਾਡੇ ਵਿੱਚ? ਉਹ ਤਾਂ ਸਾਰਾ ਰਸਤਾ ਨੂਨ ਦੀ ਜਿਹੜੀ ਡਲੀ ਸੀ ਉਹੀ ਲੈ ਕੇ ਫਿਰਦੀ ਰਹੀ ਤੇ ਉਹਨਾਂ ਨੂੰ ਮਿੱਠੇ ਦਾ ਸਵਾਦ ਕਿੱਥੇ ਆਣਾ ਸੀ? ਜਿਵੇਂ ਅਨੀਸ਼ਾ ਹੁਣੇ ਇੱਕ ਪ੍ਰਯੋਗ ਕਰ ਰਹੀ ਸੀ ਵੀ ਜੇ ਆਪਾਂ ਬੋਤਲ ਵਿੱਚੋਂ ਹਵਾ ਨਹੀਂ ਕੱਢਾਂਗੇ ਤੇ ਪਾਣੀ ਲਈ ਥਾਂ ਕਿਵੇਂ ਬਣੇਗੀ? ਪਾਣੀ ਅੰਦਰ ਜਾਏਗਾ ਤਾਂ ਹੀ ਤਾਂ ਹਵਾ ਬਾਹਰ ਨਿਕਲੇਗੀ। ਨਾਨੀ ਨੇ ਫੇਰ ਪੁੱਛਿਆ ਵੀ ਸਮਝੇ ਜਾਂ ਨਹੀਂ? ਕੁਝ ਨਵੀਂ ਚੀਜ਼ ਗ੍ਰਹਿਣ ਕਰਨ ਲਈ ਤੁਹਾਨੂੰ ਥਾਂ ਤਾਂ ਬਣਾਉਣੀ ਪਏਗੀ, ਜਿਹਦੇ ਕਰਕੇ ਪੁਰਾਣੀਆਂ ਆਦਤਾਂ ਛੱਡਣੀਆਂ ਪੈਣਗੀਆਂ। ਬਿਲਕੁਲ ਠੀਕ। ਪਰ ਨਾਨੀ ਜੀ, ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਜੇ ਸਲੂਣੋ ਕੀੜੀ ਮਿੱਠੋ ਤੇ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਮੂੰਹ ਵਿੱਚ ਲੈ ਜਾਂਦੀ ਕਿਉਂ? ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ ਤੇ ਫਿਰ ਬੱਚਿਆਂ ਨੇ ਪੁੱਛਿਆ ਨਾਨੀ ਨੂੰ ਵੀ ਨਾਨੀ ਜੀ, ਸਭ ਤੋਂ ਜ਼ਰੂਰੀ ਗੱਲ ਹੈ ਕਿਸੇ ਤੇ ਵਿਸ਼ਵਾਸ ਕਰਨਾ। ਸਲੂਣੋ ਨੇ ਮਿੱਠੋ ਦੀ ਗੱਲ ਤਾਂ ਵਿਸ਼ਵਾਸ ਕੀਤਾ ਹੀ ਨਹੀਂ। ਉਹ ਆਪਣੇ ਹਿਸਾਬ ਨਾਲ ਲੂਣ ਦੀ ਡਲੀ ਮੂੰਹ ਵਿੱਚ ਪਾ ਕੇ ਇੱਧਰ ਉੱਧਰ ਘੁੰਮਦੀ ਰਹੀ ਤਾਂ ਉਹਨੇ ਵਿੱਚ ਉਹਨੂੰ ਮਿਸ਼ਰੀ ਦਾ ਸਵਾਦ ਕਿੱਥੋਂ ਆਣਾ ਸੀ? ਕਈ ਵਾਰ ਸਾਡੇ ਨਾਲ ਵੀ ਉਹੀ ਹੁੰਦਾ ਹੈ। ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ ਤੇ ਖੁਰਦਾ ਰਹਿੰਦਾ ਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਹਾਂ, ਨਾਨੀ ਨੇ ਕਿਹਾ। ਤੇ ਹੋਇਆ ਕਿ ਵੀ ਉਹਨਾਂ ਨੇ ਦੱਸਿਆ ਵੀ ਦੇਖੋ ਪੁੱਤ, ਇਹ ਹੁੰਦਾ ਹੈ ਜੇ ਅਸੀਂ ਚੰਗੇ ਲੋਕਾਂ ਨਾਲ ਰਹਿੰਦੇ ਹਾਂ, ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਾਂ ਤਾਂ ਕਿ ਅਸੀਂ ਵੀ ਚੰਗੇ ਗੁਣ ਗ੍ਰਹਿਣ ਕਰ ਸਕੀਏ, ਪਰ ਵਿਸ਼ਵਾਸ ਦੀ ਘਾਟ ਕਰਕੇ, ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰਦੇ, ਅਸੀਂ ਆਪਣੇ ਹੀ ਔਗੁਣਾਂ ਬਾਰੇ ਸੋਚਦੇ ਰਹਿੰਦੇ ਹਾਂ। ਉਹ ਇੰਜ ਜਾਪਦੇ ਨੇ ਜਿਵੇਂ ਸਲੂਣੋ ਨੇ ਮੂੰਹ ਵਿੱਚ ਆਪਣੇ ਲੂਣ ਦੀ ਡਲੀ ਪਾਈ ਹੋਈ ਸੀ। ਇਹ ਬਹੁਤ ਜ਼ਰੂਰੀ ਹੈ ਆਪਣੇ ਔਗੁਣਾਂ ਨੂੰ ਛੱਡਣ ਲਈ ਅਸੀਂ ਦੂਸਰੇ ਦੇ ਚੰਗੇ ਗੁਣਾਂ ਨੂੰ ਸਿੱਖੀਏ, ਉਹਨਾਂ ਦਾ ਯਕੀਨ ਕਰੀਏ। ਸ਼ੁਕਰੀਆ ਨਾਨੀ ਜੀ। ਹੁਣ ਮੈਂ ਇਸ ਨੂੰ ਲਿਖ ਲਵਾਂ, ਫਿਰ ਸੁਣਾਵਾਂਗਾ ਤੁਹਾਨੂੰ।
आके नवीन अपनी पढ़न वाली मेज उत्ते जा बैठिया। नानी जी रसोई विच जाके चाह बनाउण लगे क्योंकि नवीन होरां दे मम्मी पापा दफ्तर तो आउण वाले सन ते अनीशा मेन गेट उत्ते खड़ के अपने मम्मी पापा दा इंतजार कर रही सी। ਤੇ ਜਦ ਨਾਨੀ ਜੀ ਨੇ ਕਹਾਣੀ ਸੁਣਾਤੀ ਉਸ ਤੋਂ ਬਾਅਦ ਨਵੀਨ ਨੇ ਕਿਹਾ ਵੀ ਮੈਂ ਹੁਣ ਇਹਨੂੰ ਲਿਖ ਲੰਦਾ ਇਸ ਤੋਂ ਪਹਿਲਾਂ ਮੈਂ ਭੁੱਲ ਜਾਵਾਂ। ਤੇ ਫਿਰ ਨਾਨੀ ਜੀ ਰਸੋਈ ਵਿੱਚ ਚਲੇ ਗਏ ਤਾਂ ਕਿ ਉਹ ਅਨੀਸ਼ਾ ਦੇ ਮੰਮੀ ਪਾਪਾ ਜਿਹੜੇ ਆਉਣ ਵਾਲੇ ਸੀ ਦਫ਼ਤਰ ਤੋਂ ਉਹਨਾਂ ਲਈ ਚਾਹ ਬਣਾ ਸਕਣ। ਤੇ ਅਨੀਸ਼ਾ ਭੱਜੀ ਭੱਜੀ ਮੇਨ ਗੇਟ ਤੇ ਜਾ ਖੜੋਈ ਤਾਂ ਕਿ ਉਹ ਆਪਣੇ ਮੰਮੀ ਪਾਪਾ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅੱਗੇ ਚੱਲਦੇ ਹਾਂ ਬੱਚਿਓ, ਇੱਥੇ ਹੈਗੇ ਨੇ ਔਖੇ ਸ਼ਬਦਾਂ ਦੇ ਅਰਥ। सेवा मुक्त, नौकरियों मुक्त या फिर आप कह सकते हैं रिटायर हो जाना। उस तो बाद है वांझे, खाली या सखने, रमज, इशारा, सैनत या पेत, ग्रहण करना, धारण करना। पाठ अभ्यास अगे पहला प्रश्न है खाली स्थान पर ऊड़ा। नवीन दे नानी जी डैश अध्यापका हन। ओहो सेवा मुक्त अध्यापिका हन। एड़ा मिठो केड़ी डैश दे पहाड़ उत्ते रहिंदी सी। मिठो मिश्री दे पहाड़ उत्ते रहिंदी सी। ईड़ी डैश मिश्री खा ते आनंद लै। इत्थे आएगा मिठी मिठी मिश्री खाते आनंद लै। ससा सलूणो कीड़ी ने वड्डी सारी डैश अपने मुंह विच रख ली। वड्डी सारी डली अपने मुंह विच रख ली। हाहा पहला अपने अंदरों डैश नू कड्डो। अपने अंदरों औगुणा नू कड्डो। दूजा हैगा संखेप विच उत्तर दिओ। ऊड़ा नवीन ने सवेर दी सभा विच किस विषय ते बोलना सी। नवीन ने सवेर दी सभा विच औगुणा नू दूर करके गुण किवें ग्रहण करिए इस विषय ते बोलना सी। एदा उत्तर आपां इत्थे लिख दिंदे हां। दूजा एड़ा नवीन दी वड्डी भैन दा नां दसो अते ਇਹ ਵੀ ਦੱਸੋ ਕਿ ਉਹ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਨਵੀਨ ਦੀ ਵੱਡੀ ਭੈਣ ਦਾ ਨਾਂ ਅਨੀਸ਼ਾ ਸੀ ਅਤੇ ਉਹ 5ਵੀਂ ਸ਼੍ਰੇਣੀ ਵਿੱਚ ਪੜ੍ਹਦੀ ਸੀ। ਇੱਥੇ ਲਿਖਦੇ ਹਾਂ
ਬੱਚਿਓ ਹੁਣ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਇੱਥੇ ਲਿਖਿਆ ਹੋਇਆ ਪਹਿਲਾਂ ਨਾਨੀ ਨੇ ਗੋ ਨਾਲ ਆਪਣੀ 5ਵੀਂ ਵਿੱਚ ਪੜ੍ਹਦੀ ਦੋਤੀ ਵੱਲ ਦੇਖਿਆ ਹੈ ਕਿ ਨਹੀਂ। ਇੱਥੇ 5ਵੀਂ ਲਿਖਿਆ ਹੋਇਆ ਤੇ ਨਾਲ ਦੀ ਨਾਲ ਇੱਥੇ ਲਿਖਿਆ ਹੋਇਆ ਥੱਲੇ ਇਹਦੇ ਵੀ ਉਹ 8ਵੀਂ ਵਿੱਚ ਪੜ੍ਹਦੀ ਨਿਸ਼ਾ ਦਾ ਭਰਾ, ਤਾਂ ਇੱਥੇ ਲਿਖਿਆ ਹੋਇਆ 8ਵੀਂ ਵਿੱਚ, ਤਾਂ ਇਹ ਥੋੜਾ ਜਿਹਾ ਗਲਤ ਲਿਖਿਆ ਹੋਇਆ। ਤੁਸੀਂ 8ਵੀਂ ਲਿਖ ਸਕਦੇ ਹੋ ਜੇ ਤੁਸੀਂ ਲਿਖਣਾ, ਜੇ ਤੁਸੀਂ 5ਵੀਂ ਨਹੀਂ ਲਿਖਣਾ ਤਾਂ ਤੁਸੀਂ ਇੱਥੇ 8ਵੀਂ ਵੀ ਲਿਖ ਸਕਦੇ ਹੋ, ਕਿਉਂਕਿ ਕਿਤਾਬ ਵਿੱਚ 8ਵੀਂ ਲਿਖਿਆ ਹੋਇਆ ਤੇ ਇੱਥੇ ਦੱਸਿਆ ਗਿਆ ਵੱਡੀ ਭੈਣ। ਠੀਕ ਹੈ ਬੱਚਿਓ। ਈੜੀ, ਨਾਨੀ ਜੀ ਨੇ ਨਵੀਨ ਨੂੰ ਕਿਹਨਾਂ ਦੀ ਕਹਾਣੀ ਸੁਣਾਈ? ਨਾਨੀ ਜੀ ਨੇ ਨਵੀਨ ਨੂੰ 2 ਕੀੜਿਆਂ ਦੀ ਕਹਾਣੀ ਸੁਣਾਈ। ਇਹਨੂੰ ਆਪਾਂ ਇੱਥੇ ਲਿਖ ਲੈਂਦੇ ਹਾਂ। ਈੜੀ, ਨਾਨੀ ਜੀ ਨੇ ਨਵੀਨ ਨੂੰ 2 ਕੀੜਿਆਂ ਦੀ ਕਹਾਣੀ ਸੁਣਾਈ। ਅੱਗੇ ਚੱਲਦੇ ਹਾਂ। ਸੱਸਾ, ਮਿੱਠੂ ਦੁਆਰਾ ਹਾਲ ਪੁੱਛਣ ਤੇ ਸਲੂਣੀ ਕੀੜੀ ਨੇ ਕੀ ਉੱਤਰ ਦਿੱਤਾ? ਸਲੂਣੋ ਨੇ ਕਿਹਾ, ਭੈਣ ਮਿੱਠੋ ਹਾਲ ਕਾਦਾ, ਸਾਰਾ ਦਿਨ ਖਾਰਾ ਸਲੂਣਾ। ਤਾਂ ਇੱਥੇ ਲਿਖ ਦਿੰਦੇ ਆ, ਇਹ ਵੀ ਸਾਰਾ ਦਿਨ ਨਮਕ ਦਾ ਹੀ ਸਵਾਦ ਆਂਦਾ, ਸਲੂਣਾ ਸਲੂਣਾ ਸਵਾਦ ਆਂਦਾ, ਮਿੱਠੇ ਦਾ ਤਾਂ ਸਵਾਦ ਆਂਦਾ ਹੀ ਨਹੀਂ। ਕੀੜਿਆਂ ਨੂੰ ਤਾਂ ਮਿੱਠਾ ਪਸੰਦ ਹੈ। सिर्फ लूण का, सलूना यानी कि नमक का स्वाद। अगे चलते हैं। हाँ हाँ 2 कीड़ियां पाठ तो तुहानू की सिक्ख्या मिलती है? आपां कह सकते हैं सानू ये सिक्ख्या मिलती है कि असी चंगे लोकां दी संगत दा फायदा तां ही ले सकते हाँ जे असी उन्हां ते विश्वास करिए ते अपने औगुण दूर करिए। आओ लिखिए। अगे है तीजा प्रश्न। हेठ लिखे पंजाबी शब्दां दे समानार्थी हिंदी शब्द लिखो अते अंतर समझो। कीड़ियां हिंदी विच लिखते हैं बच्चों चींटियां, ते इत्थे बिंदी आती है, इत्थे भी। फिर है कहानी, हिंदी विच लिखते हैं कहानी। पहाड़, इनू हिंदी विच लिखते हैं पहाड़ इंज करके। मिस्री
ਇਹਨੂੰ ਇੰਚ ਕਰਕੇ ਲਿਖਦੇ ਹਾਂ ਮਿਸ਼ਰੀ। ਸੇਵਾ ਮੁਕਤ, ਜਿਹਦਾ ਮਤਲਬ ਇੱਥੇ ਸੇਵਾ ਮੁਕਤ ਲਿਖਦੇ ਹਾਂ, ਇੱਥੇ ਲਿਖਦੇ ਹਾਂ ਸੇਵਾ ਮੁਕਤ। ਇੱਥੇ ਲਿਖਿਆ ਲੂਣ, ਇੱਥੇ ਹਿੰਦੀ ਚ ਲਿਖਦੇ ਆ ਨਮਕ। ਠੀਕ ਹੈ ਬੱਚਿਓ, ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ ਚ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਠੀਕ ਹੈ, ਸਤਿ ਸ਼੍ਰੀ ਅਕਾਲ।